ਅੱਜ ਅਸੀਂ ਸਮਝਾਂਗੇ ਕਿ ਪੰਜਾਬੀ ਭਾਸ਼ਾ ਵਿੱਚ ਜ਼ਰੂਰੀ ਕੰਮ ਹੋਣ ਕਾਰਨ ਪੱਤਰ ਕਿਵੇਂ ਲਿਖਿਆ ਜਾਂਦਾ ਹੈ। ਮੰਨ ਲਓ ਤੁਹਾਡੀ ਸਕਰੀਨ 'ਤੇ ਜੋ ਨਜ਼ਰ ਆ ਰਿਹਾ ਹੈ ਇਹ ਤੁਹਾਡੀ ਕਾਪੀ ਦਾ ਪੰਨਾ ਹੈ। ਸਭ ਤੋਂ ਪਹਿਲਾਂ ਉੱਪਰ ਲਿਖਿਆ ਹੋਇਆ ਦੇਖਦੇ ਹਾਂ ਅਸੀਂ ਕਿ ਆਪਣੇ ਸਕੂਲ ਦੇ ਮੁੱਖ ਅਧਿਆਪਕ ਜਾਂ ਪ੍ਰਿੰਸੀਪਲ ਨੂੰ ਜ਼ਰੂਰੀ ਕੰਮ ਹੋਣ ਕਾਰਨ ਛੁੱਟੀ ਲੈਣ ਲਈ ਬਿਨੇ ਪੱਤਰ। ਇਹ ਪੱਤਰ ਲਿਖਣਾ ਕਿਵੇਂ ਹੈ, ਆਓ ਸਮਝੀਏ। ਤੁਹਾਡੀ ਸਕਰੀਨ 'ਤੇ ਜੋ ਨਜ਼ਰ ਆ ਰਿਹਾ ਹੈ ਇਹ ਤੁਹਾਡੀ ਕਾਪੀ ਦੇ ਪੰਨੇ ਦੀ ਤਰ੍ਹਾਂ ਹੈ। ਸਭ ਤੋਂ ਪਹਿਲਾਂ ਪੱਤਰ ਦੇ ਵਿੱਚ ਆਉਂਦਾ ਹੈ ਸੇਵਾ ਵਿਖੇ। ਸੇਵਾ ਵਿਖੇ ਜੋ ਹੈ ਖੱਬੇ ਹੱਥ ਸਭ ਤੋਂ ਉੱਪਰ ਲਿਖਿਆ ਜਾਂਦਾ ਹੈ, ਜਿਵੇਂ ਕਿ ਸਕਰੀਨ 'ਤੇ ਨਜ਼ਰ ਆ ਰਿਹਾ ਹੈ। ਸੇਵਾ ਵਿਖੇ ਤੋਂ ਬਾਅਦ ਸੰਬੋਧਨੀ ਸ਼ਬਦ ਆਉਂਦੇ ਹਨ। ਤੁਹਾਡੀ ਸਕਰੀਨ 'ਤੇ ਜਿਵੇਂ ਨਜ਼ਰ ਆ ਰਿਹਾ ਹੈ ਕਿ ਮੁੱਖ ਅਧਿਆਪਕ ਜੀ। ਹੁਣ ਜੇ ਅਸੀਂ ਪ੍ਰਿੰਸੀਪਲ ਨੂੰ ਲਿਖਣਾ ਹੈ ਤਾਂ ਇੱਥੇ ਪ੍ਰਿੰਸੀਪਲ ਸਾਹਿਬ ਜੀ ਜਾਂ ਸਾਹਿਬਾਂ ਜੀ ਲਿਖਾਂਗੇ। ਹੁਣ ਇੱਥੇ ਮੁੱਖ ਅਧਿਆਪਕ ਜੀ ਲਿਖਿਆ ਹੋਇਆ ਹੈ ਕਿਉਂਕਿ ਸਾਡੇ ਪੱਤਰ ਦੇ ਵਿੱਚ ਮੁੱਖ ਅਧਿਆਪਕ ਜੀ ਨੂੰ ਲਿਖਣਾ ਹੈ। ਜੇ ਮੁੱਖ ਅਧਿਆਪਕਾ ਜੀ ਨੂੰ ਹੁੰਦਾ ਤਾਂ ਅਸੀਂ ਇੱਥੇ ਮੁੱਖ ਅਧਿਆਪਕਾ ਜੀ ਨੂੰ ਲਿਖਦੇ। ਤਾਂ ਇਹਨੂੰ ਲਿਖਣ ਦਾ ਜੋ ਢੰਗ ਹੈ ਉਹ ਅਸੀਂ ਵੇਖ ਰਹੇ ਹਾਂ ਕਿ ਸੇਵਾ ਵਿਖੇ ਤੋਂ ਬਾਅਦ ਥੋੜ੍ਹੀ ਜਿਹੀ ਜਗ੍ਹਾ ਛੱਡ ਕੇ ਅੱਗੇ ਲਿਖਿਆ ਹੋਇਆ ਹੈ। ਉਸ ਤੋਂ ਬਾਅਦ ਤੁਹਾਡੇ ਆਪਣੇ ਸਕੂਲ ਦਾ ਨਾਮ, ਜਿਵੇਂ ਇੱਥੇ ਲਿਖਿਆ ਹੋਇਆ ਹੈ ਸਰਕਾਰੀ ਮਾਡਲ ਹਾਈ ਸਕੂਲ। ਉਸ ਤੋਂ ਬਾਅਦ ਕੋਮਾ, ਸਭ ਤੋਂ ਪਹਿਲਾਂ ਮੁੱਖ ਅਧਿਆਪਕ ਜੀ ਤੋਂ ਬਾਅਦ ਕੋਮਾ, ਫਿਰ ਸਰਕਾਰੀ ਮਾਡਲ ਹਾਈ ਸਕੂਲ ਤੋਂ ਬਾਅਦ ਕੋਮਾ, ਫਿਰ ਸੈਕਟਰ, ਜੋ ਵੀ ਤੁਹਾਡਾ ਸੈਕਟਰ ਹੈ, ਚੰਡੀਗੜ੍ਹ ਜਾਂ ਜੋ ਵੀ ਪਿੰਡ ਦਾ ਨਾਮ ਹੈ। ਹੁਣ ਇੱਥੇ ਧਿਆਨ ਦੇਣ ਜੋ ਗੱਲ ਹੈ ਉਹ ਹੈ ਕਿ ਮੁੱਖ ਅਧਿਆਪਕ ਜੀ, ਸਰਕਾਰੀ ਮਾਡਲ ਹਾਈ ਸਕੂਲ ਜਾਂ ਜੋ ਥੱਲੇ ਪਤਾ ਹੈ ਉਹ ਇੱਕੋ ਸੇਧ ਦੇ ਵਿੱਚ ਆਉਣਗੇ, ਜਿਵੇਂ ਕਿ ਇੱਥੇ ਨਜ਼ਰ ਆ ਰਿਹਾ ਹੈ। ਉਸ ਤੋਂ ਬਾਅਦ ਅੱਗੇ ਸ਼੍ਰੀਮਾਨ ਜੀ। ਜੇ ਇੱਥੇ ਮੁੱਖ ਅਧਿਆਪਕਾ ਜੀ ਹੁੰਦਾ ਤਾਂ ਇੱਥੇ ਸ਼੍ਰੀਮਤੀ ਜੀ ਆਉਣਾ ਸੀ, ਸ਼੍ਰੀਮਾਨ ਜੀ ਕੌਮਾ। ਹੁਣ ਪਹਿਲਾਂ ਅਸੀਂ ਲਿਖਿਆ ਸੇਵਾ ਵਿਖੇ ਮੁੱਖ ਅਧਿਆਪਕ ਜੀ ਕੌਮਾ, ਸਰਕਾਰੀ ਮਾਡਲ ਹਾਈ ਸਕੂਲ, ਫਿਰ ਕੌਮਾ, ਫਿਰ ਸੈਕਟਰ ਜੋ ਵੀ ਹੈ ਕੌਮਾ, ਚੰਡੀਗੜ੍ਹ, ਫਿਰ ਅੰਤ 'ਚ ਡੰਡੀ। ਸੋ ਇੱਧਰ ਜੋ ਹੈ ਇੱਧਰ ਇਸ ਪਾਸੇ ਖੱਬੇ ਹੱਥ ਬਿਲਕੁਲ ਇੱਕੋ ਸੇਧ 'ਚ ਹੋਣਗੇ ਅਤੇ ਫਿਰ ਸ਼੍ਰੀਮਾਨ ਜੀ, ਫਿਰ ਕੌਮਾ। ਹੁਣ ਇੱਥੇ ਜੇ ਤੁਸੀਂ ਧਿਆਨ ਦਿਓ ਤਾਂ ਸੇਵਾ ਵਿਖੇ ਦੇ ਬਿਲਕੁਲ ਥੱਲੇ ਸ਼੍ਰੀਮਾਨ ਜੀ ਆਏਗਾ। ਇਹ ਇਸ ਤਰ੍ਹਾਂ ਇੱਕ ਤਰਤੀਬ ਬਣੇਗੀ। ਉਸ ਤੋਂ ਬਾਅਦ ਜੋ ਵਿੱਚ ਵਾਲਾ ਹਿੱਸਾ ਹੈ ਆਓ ਉਸ ਬਾਰੇ ਸਮਝੀਏ। ਹੁਣ ਜਦੋਂ ਅਸੀਂ ਇਸ ਨੂੰ ਸ਼ੁਰੂ ਕਰਨਾ ਹੈ ਤਾਂ ਉਹ ਹੈ ਬੇਨਤੀ ਹੈ ਕਿ ਲਿਖਣਾ ਕਿੱਥੋਂ ਹੈ ਬੇਨਤੀ ਨੂੰ। ਤਾਂ ਬੇਨਤੀ ਹੈ ਜੋ ਉਹ ਬਿਲਕੁਲ ਉਸੇ ਤਰਤੀਬ 'ਚ ਜਾਂ ਉਸੇ ਸੇਧ 'ਚ ਲਿਖਿਆ ਜਾਏਗਾ ਜਿਵੇਂ ਮੁੱਖ ਅਧਿਆਪਕ ਜੀ, ਸਰਕਾਰੀ ਮਾਡਲ ਹਾਈ ਸਕੂਲ ਅਤੇ ਸੈਕਟਰ ਵਾਲੀ ਜੋ ਸੇਧ ਹੈ ਉਸੇ ਸੇਧ 'ਚ ਥੱਲੇ ਆ ਗਿਆ ਬੇਨਤੀ ਹੈ ਕਿ। ਹੁਣ ਪਹਿਲਾਂ ਆਪਾਂ ਸਮੱਗਰੀ ਨੂੰ ਪੜ੍ਹ ਲਈਏ ਫਿਰ ਸਮਝਦੇ ਹਾਂ। ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ, ਇੱਥੇ 6ਵੀਂ ਜਮਾਤ ਲਿਖਿਆ ਹੈ, 6ਵੀਂ ਜਮਾਤ। ਜੇ 7ਵੀਂ ਹੈ ਤਾਂ 7ਵੀਂ ਜਮਾਤ, ਜੇ 8ਵੀਂ ਹੈ ਤਾਂ 8ਵੀਂ ਜਮਾਤ ਦਾ। ਹੁਣ ਜੋ ਵਿਦਿਆਰਥੀ ਹੈ ਉਹ ਲੜਕਾ ਵੀ ਹੋ ਸਕਦਾ ਹੈ ਅਤੇ ਲੜਕੀ ਵੀ। ਜੇ ਲੜਕਾ ਹੈ ਤਾਂ ਲਿਖੇਗਾ 6ਵੀਂ ਜਮਾਤ ਦਾ, ਜੇ ਲੜਕੀ ਹੈ ਤਾਂ ਲਿਖੇਗੀ 6ਵੀਂ ਜਮਾਤ ਦੀ। ਫਿਰ ਅਗਲਾ ਹਿੱਸਾ ਇੱਥੇ ਤੁਹਾਡੀ ਸਕਰੀਨ 'ਤੇ ਜੋ ਨਜ਼ਰ ਆ ਰਿਹਾ ਹੈ, ਜਿਹੜਾ ਲਾਲ ਰੰਗ 'ਚ ਜੋ ਸ਼ਬਦ ਨੇ ਉਹ ਲੜਕੀਆਂ ਲਈ ਨੇ ਅਤੇ ਹਰੇ ਰੰਗ 'ਚ ਜੋ ਸ਼ਬਦ ਆ ਰਹੇ ਨੇ ਉਹ ਲੜਕੀਆਂ ਲਈ ਨੇ। ਵਿਦਿਆਰਥੀ ਅਤੇ ਲੜਕੀਆਂ ਲਿਖਣਗੇ ਵਿਦਿਆਰਥਣ ਹਾਂ। ਡੰਡੀ, ਮੈਨੂੰ ਘਰ ਬਹੁਤ ਜ਼ਰੂਰੀ ਕੰਮ ਹੈ, ਫਿਰ ਕੌਮਾ, ਇਸ ਲਈ ਮੈਂ ਸਕੂਲ ਵਿੱਚ ਹਾਜ਼ਰ ਨਹੀਂ ਹੋ ਸਕਦਾ ਅਤੇ ਲੜਕੀਆਂ ਲਿਖਣਗੀ ਸਕਦੀ। ਫਿਰ ਡੰਡੀ,
ਕਿਰਪਾ ਕਰਕੇ ਮੈਨੂੰ ਇੱਕ ਦਿਨ ਮਿਤੀ, ਜੇ ਇੱਕ ਦਿਨ ਹੈ ਤਾਂ ਇੱਕ ਦਿਨ ਨਹੀਂ, ਜੇ 2 ਦਿਨ ਦੀ ਛੁੱਟੀ ਤੁਸੀਂ ਲੈਣੀ ਹੈ ਤਾਂ 2 ਦਿਨ, ਫਿਰ ਮਿਤੀ, ਜਿਸ ਮਿਤੀ ਦੀ ਤੁਸੀਂ ਛੁੱਟੀ ਲੈਣੀ ਹੈ। ਕਿਰਪਾ ਕਰਕੇ ਮੈਨੂੰ ਇੱਕ ਦਿਨ ਮਿਤੀ ਦੀ ਛੁੱਟੀ ਦਿੱਤੀ ਜਾਵੇ। ਫਿਰ ਡੰਡੀ, ਮੈਂ ਆਪ ਜੀ ਦਾ, ਲੜਕੀਆਂ ਲਿਖਣਗੀ ਦੀ, ਬਹੁਤ ਧੰਨਵਾਦੀ। ਫਿਰ ਅੱਗੇ ਲੜਕੇ ਲਿਖਣਗੇ ਹੋਵਾਂਗਾ ਜਾਂ ਹੋਵਾਂਗੀ। ਡੰਡੀ। ਸੋ ਵਿੱਚ ਵਾਲਾ ਜੋ ਹਿੱਸਾ ਹੈ ਉਹ ਇੰਨਾ ਲਿਖਿਆ ਜਾਏਗਾ। ਉਸ ਤੋਂ ਬਾਅਦ ਜੋ ਅੰਤਲਾ ਹਿੱਸਾ ਹੈ, ਅੰਤਲੇ ਹਿੱਸੇ 'ਚ ਅਸੀਂ ਦੇਖਦੇ ਹਾਂ ਕਿ ਲੜਕੇ ਲਿਖਣਗੇ ਆਪ ਜੀ ਦਾ ਆਗਿਆਕਾਰ ਤੇ ਲੜਕੀਆਂ ਆਪ ਜੀ ਦੀ ਆਗਿਆਕਾਰ। ਫਿਰ ਨਾਮ, ਜੋ ਵੀ ਤੁਹਾਡਾ ਨਾਮ ਹੈ, ਰੋਲ ਨੰਬਰ ਜੋ ਹੈ, ਜਮਾਤ, ਜੇ 6ਵੀਂ ਹੈ ਤਾਂ 6ਵੀਂ, 7ਵੀਂ ਹੈ ਤਾਂ 7ਵੀਂ, ਜੇ 8ਵੀਂ ਹੈ ਤਾਂ 8ਵੀਂ। ਉਸ ਤੋਂ ਬਾਅਦ ਮਿਤੀ, ਜੋ ਵਿਸ਼ੇਸ਼ ਧਿਆਨ ਦੇਣ ਯੋਗ ਜੋ ਗੱਲ ਹੈ, ਜਿੱਥੇ ਅਕਸਰ ਗਲਤੀ ਹੁੰਦੀ ਹੈ, ਮਿਤੀ। ਮਿਤੀ ਜੋ ਹੈ ਉਹ ਨਾਮ ਦੇ ਬਿਲਕੁਲ ਸਾਹਮਣੇ ਖੱਬੇ ਹੱਥ ਲਿਖੀ ਜਾਏਗੀ। ਉਸੇ ਸੇਧ ਤੋਂ ਸ਼ੁਰੂ ਹੋਏਗੀ ਜਿਸ ਸੇਧ ਤੋਂ ਸੇਵਾ ਵਿਖੇ ਸ਼੍ਰੀਮਾਨ ਜੀ ਸ਼ੁਰੂ ਹੋਏ ਸੀ, ਉਸੇ ਸੇਧ ਤੋਂ ਮਿਤੀ ਸ਼ੁਰੂ ਹੋਏਗੀ। ਹੁਣ ਜਿਸ ਤਰ੍ਹਾਂ ਅਸੀਂ ਮੁੱਖ ਅਧਿਆਪਕ ਜੀ ਸਰਕਾਰੀ ਮਾਡਲ ਹਾਈ ਸਕੂਲ ਜਾਂ ਸੈਕਟਰ ਦੀ ਤਰਤੀਬ ਦੇਖੀ ਹੈ ਕਿ ਖੱਬੇ ਹੱਥ ਬਿਲਕੁਲ ਇੱਕੋ ਸੇਧ 'ਚ ਹਨ, ਇਸੇ ਤਰ੍ਹਾਂ ਜੋ ਅੰਤਲਾ ਹਿੱਸਾ ਹੈ, ਆਪ ਜੀ ਦਾ ਆਗਿਆਕਾਰ, ਨਾਮ, ਰੋਲ ਨੰਬਰ, ਜਮਾਤ, ਇਸ 'ਚ ਜਿਹੜੀ ਤਰਤੀਬ ਹੈ ਉਹ ਸੱਜੇ ਹੱਥ ਬਣੇਗੀ ਇਸ ਪਾਸੇ। ਜਿਵੇਂ ਉੱਪਰ ਖੱਬੇ ਹੱਥ ਹੈ ਇਸ ਪਾਸੇ, ਇਸ ਪਾਸੇ ਅੰਤਲੇ ਹਿੱਸੇ ਦੇ ਵਿੱਚ ਸੱਜੇ ਹੱਥ ਤਰਤੀਬ ਬਣੇਗੀ। ਹੁਣ ਤੁਸੀਂ ਇਸ ਨੂੰ ਨੋਟ ਕਰ ਸਕਦੇ ਹੋ।